NIOT ਦੇ ਵਿਗਿਆਨੀਆਂ ਨੂੰ ਸਮੁੰਦਰੀ ਅਭਿਆਨ ਦੌਰਾਨ ਸੋਨਾਰ ਸਿਗਨਲ। ਉਹਨਾਂ ਨੂੰ ਕੀ ਪਤਾ ਸੀ ਕਿ ਉਹਨਾਂ ਦੀ ਖੋਜ 7 ਸਾਲ ਪਹਿਲਾਂ ਲਾਪਤਾ ਹੋਏ ਭਾਰਤੀ ਹਵਾਈ ਫੌਜ ਦੇ ਜਹਾਜ਼ ਦੇ ਰਹੱਸਮਈ ਦਾ ਅੰਤ ਕਰੇਗੀ। ਐਂਟੋਨੋਵ 32 ਜਹਾਜ਼, ਜਿਸ ਵਿੱਚ 29 ਰੱਖਿਆ ਕਰਮੀ ਸਵਾਰ ਸੀ, 22 ਜੁਲਾਈ 2016 ਨੂੰ ਬੰਗਾਲ ਦੀ ਖਾੜੀ ਉੱਤੇ ਲਾਪਤਾ ਹੋ ਗਿਆ ਸੀ। ਜਹਾਜ਼ ਨੇ ਚੇਨਈ ਨੇੜੇ ਤੰਬਰਮ 에ਅਰ ਫੋਰਸ ਸਟੇਸ਼ਨ ਤੋਂ ਸਵੇਰੇ 8:30 ਵਜੇ ਉਡਾਨ ਭਰੀ। ਜਹਾਜ਼ ਨੇ ਸਵੇਰੇ 11:45 ਵਜੇ ਅੰਡੇਮਾਨ ਅਤੇ ਨਿਕੋਬਾਰ ਟਾਪੂ ਦੇ ਪੋਰਟ ਬਲੇਅਰ ਉੱਪਰ ਪਹੁੰਚਣਾ ਸੀ। ਜਦੋਂ ਇਹ 23,000 ਫੁੱਟ ਦੀ ਉਚਾਈ ਉੱਤੇ ਉਡਾਨ ਭਰ ਰਿਹਾ ਸੀ ਤਾਂ ਸਵੇਰੇ ਕਰੀਬ 9:15 ਵਜੇ ਭਾਰਤੀ ਹਵਾਈ ਫੌਜ ਦਾ ਜਹਾਜ਼ ਨਾਲ ਸੰਪਰਕ ਟੁੱਟ ਗਿਆ। ETV ਭਾਰਤ ਨੇ ਉਹਨਾਂ ਵਿਗਿਆਨੀਆਂ ਨਾਲ ਗੱਲਬਾਤ ਕੀਤੀ ਜੋ ਡੂੰਘੇ ਸਮੁੰਦਰੀ ਖੋਜ ਦਾ ਹਿੱਸਾ ਸਨ। ਉਹਨਾਂ ਨੇ ਸਾਨੂੰ ਆਪਣਾ ਗੇਅਰ ਦਿਖਾਇਆ, ਜਿਸ ਨੇ AN-32 ਦੇ ਮਲਬੇ ਨੂੰ ਲੱਭਣ ਵਿੱਚ ਮਦਦ ਕੀਤੀ। ਉਹਨਾਂ ਵੱਲੋਂ ਵਰਤੇ ਗਏ ਆਟੋਨੋਮਸ ਅੰਡਰ ਵਾਟਰ ਵਾਹਨ 6.6 ਮੀਟਰ ਲੰਬਾ ਅਤੇ 0.875 ਮੀਟਰ ਚੌੜਾ ਅਤੇ ਲਗਭਗ 2 ਟਨ ਵਜ਼ਨ ਦਾ ਹੈ। ਇਸ ਦੀ ਗੋਤਾਖੋਰੀ ਤੋਂ ਵਾਪਸੀ ਦੀ ਸਮਰੱਥਾ 48 ਘੰਟੇ ਹੈ, ਜੋ ਜਹਾਜ਼ ਦੇ ਮਲਬੇ ਦਾ ਪਤਾ ਲਗਾਉਣ ਵਿੱਚ ਅਹਿਮ ਕਾਰਕ ਸਾਬਤ ਹੋਇਆ। ਨਾਰਵੇ ਤੋਂ ਇੰਪੋਰਟ ਕੀਤਾ ਗਿਆ ਅੰਡਰ ਵਾਟਰ ਵਾਹਨ ਹਰੇਕ ਗੋਤਾਖੋਰੀ ਤੋਂ ਪਹਿਲਾਂ ਫੀਡ ਕੀਤੀ ਗਈ ਡੇਟਾ ਦੀ ਵਰਤੋਂ ਕਰਕੇ ਆਪਣੇ ਆਪ ਕੰਮ ਕਰਦਾ ਹੈ। 30 ਘੰਟਿਆਂ ਦੀ ਮਿਹਨਤ ਤੋਂ ਬਾਅਦ ਆਖਿਰਕਾਰ ਮਲਬਾ ਲੱਭ ਗਿਆ। As a part of development of technology for developing the technology for exploration of non-living resources, that is minerals available under ocean, we have now developed an autonomous underwater vehicle which is capable of going up to 6,000 meters depth. So as a part of the exploration activities in the recent years, we went to the Bay of Bengal, where we had a strong reflection of some objects observed at 3,400 meters depth on the seabed of the Bay of Bengal. So upon analyzing the images in the sonar, we came to know that they are the metallic objects which could be the parts of some of the aeroplane which was lost in the year 2016. ਜਿਨ੍ਹਾਂ ਵਿਗਿਆਨੀਆਂ ਦਾ ਮੰਨਣਾ ਸੀ ਕਿ ਇਹ ਮਲਬਾ ਹੈ, ਉਹਨਾਂ ਨੇ ਰਾਉਂਡੇਲ ਦੀ ਪਛਾਣ ਹਵਾਈ ਫੌਜ ਦੇ ਜਹਾਜ਼ ਵਜੋਂ ਜਾਣਿਆ ਅਤੇ ਰੱਖਿਆ ਮੰਤਰਾਲੇ ਨਾਲ ਸੰਪਰਕ ਕੀਤਾ। ਜਿਸ ਸਥਾਨ ਤੋਂ ਤਸਵੀਰਾਂ ਲਈਆਂ ਗਈਆਂ ਸਨ ਉਹ ਚੇਨਈ ਤੱਟ ਤੋਂ ਲਗਭਗ 140 ਸਮੁੰਦਰੀ ਮੀਲ ਜਾਂ 310 ਕਿਲੋਮੀਟਰ ਦੀ ਦੂਰੀ ਸੀ, ਜੋ ਕਿ 에ਅਰ ਟ੍ਰੈਫਿਕ ਰਾਡਾਰ ਸਿਸਟਮ ਵਿੱਚ ਦਰਜ ਕੀਤੇ ਗਏ ਜਹਾਜ਼ ਦਾ ਆਖਰੀ ਜਾਣਿਆ ਸਥਾਨ ਸੀ। We went close to the seabed and for taking the photographs of the objects. ਜਹਾਜ਼ ਵਿੱਚ ਸਵਾਰ 29 ਲੋਕਾਂ ਚੋਂ 17 ਭਾਰਤੀ ਹਵਾਈ ਫੌਜ ਦੇ ਕਰਮਚਾਰੀ ਸਨ। ਇੱਕ 6 ਮੈਂਬਰੀ ਚਾਲਕ ਦਲ ਸੀ, 2 ਫੌਜ ਦੇ, ਇੱਕ ਕੋਸਟ ਗਾਰਡ ਅਤੇ ਨੇਵੀ ਅਤੇ 8 ਨਾਗਰਿਕ ਜਲ ਸੈਨਾ ਲਈ ਕੰਮ ਕਰ ਰਹੇ ਸਨ। ਭਾਰਤੀ ਹਵਾਈ ਫੌਜ ਨੇ 200 ਤੋਂ ਵੱਧ ਜਹਾਜ਼ਾਂ ਦੇ ਨਾਲ ਇੱਕ ਵਿਸ਼ਾਲ ਖੋਜ ਅਤੇ ਬਚਾਅ ਕਾਰਜ ਚਲਾਇਆ। ਹਵਾਈ ਫੌਜ ਨੇ ਕੁੱਲ 2,17,800 ਵਰਗ ਨੌਟਿਕਲ ਮੀਲ ਦੇ ਖੇਤਰ ਨੂੰ ਕਵਰ ਕੀਤਾ। ਨੇਵੀ ਅਤੇ ਕੋਸਟ ਗਾਰਡ ਦੇ ਜਹਾਜ਼ਾਂ ਨੇ ਲਗਭਗ 28,000 ਵਰਗ ਨੌਟਿਕਲ ਮੀਲ ਦੀ ਦੂਰੀ Since we acquired this AUV, which has that high resolution mapping payloads, we could able to go down up to 3,400 meter and do the larger area survey, so we could able to pick up some of the man-made object which could be of the debris of AN-32. NIOT is involved in developing technologies for exploration and harvesting of ocean resources, both living and non-living resources. As a part of non-living resources exploration, we have been developing technologies which can go up to 5,000 meters water depth. So far NIOT has been developing vehicles that are operated from the ship with the help of a cable, and called remotely operated vehicles, and they are unmanned. Now under the Government of India mission, Deep Ocean Mission, NIOT is developing a vehicle that can take 3 human beings to 6 kilometers depth. ਇਹ ਖੋਜ 16 ਸਤੰਬਰ 2016 ਨੂੰ ਬੰਦ ਕਰ ਦਿੱਤੀ ਗਈ। ਭਾਰਤੀ ਹਵਾਈ ਫੌਜ ਨੇ ਸਾਰਿਆਂ ਨੂੰ ਮ੍ਰਿਤਕ ਮੰਨਿਆ ਅਤੇ ਪਰਿਵਾਰ ਵਾਲਿਆਂ ਨੂੰ ਸੂਚਿਤ ਕਰ ਦਿੱਤਾ। ਵਾਹਨ, ਜਿਸ ਨੂੰ ਹੁਣ ਓਸ਼ੀਅਨ ਮਿਨਰਲ ਐਕਸਪਲੋਰਰ 6000 ਵਜੋਂ ਜਾਣਿਆ ਜਾਂਦਾ ਹੈ, ਉਸ ਦਾ ਮਲਬਾ ਨਹੀਂ ਮਿਲਿਆ। ਇਸ ਦੀ ਪੁਸ਼ਟੀ ਭਾਰਤੀ ਹਵਾਈ ਫੌਜ ਨੇ ਕੀਤੀ ਹੈ। ਰੱਖਿਆ ਮੰਤਰਾਲੇ ਦੇ ਅਨੁਸਾਰ ਇਹ ਲਾਪਤਾ ਹਵਾਈ ਜਹਾਜ਼ ਦੀ ਕਹਾਣੀ ਦਾ ਬਹੁਤ ਹੀ ਜ਼ਰੂਰੀ ਅੰਤ ਹੋ ਗਿਆ ਹੈ। ਬਿਊਰੋ ਰਿਪੋਰਟ, ETV ਭਾਰਤ।